ਬਚਿੰਤ ਕੌਰ ਦੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦਾ ਅਗਲਾ ਲੇਖ ਹੈ ਦਿਲਾਂ ਦਾ ਮਹਿਰਮ B.S. ਬੀਰ। ਵੀਰਾ ਤੇਰੇ ਬੋਤੇ ਨੂੰ ਵੇ ਮੈਂ ਅਮਰ ਵੇਲ ਪੱਟ ਪਾਵਾਂ, ਵੀਰਾ ਤੇਰੇ ਮਹਿਰਮ ਦੇ ਵੇ ਮੈਂ ਸਦਕੇ ਤੇ ਵਾਰੀ ਵਾਰੀ ਜਾਵਾਂ। ਬੀਰ ਸਾਹਿਬ ਦੇ ਤਿੰਨੇ ਪਰਚੇ ਮਹਿਰਮ, ਘਰ ਸ਼ਿੰਗਾਰ ਤੇ ਮਾਡਰਨ ਖੇਤੀ ਨੂੰ ਪੜ੍ਹਦਿਆਂ ਮੈਨੂੰ ਅਕਸਰ ਗੁਰਬਖਸ਼ ਸਿੰਘ ਦੀ ਯਾਦ ਆਉਂਦੀ ਹੈ, ਜਿਨ੍ਹਾਂ ਨੇ ਪ੍ਰੀਤ ਲੜੀ ਪਰਚਾ ਕੱਢ ਕੇ ਸਾਰੇ ਪਾਠਕਾਂ ਨੂੰ ਪ੍ਰੀਤ ਕਰਨ ਦਾ ਸਬਕ ਪੜ੍ਹਾਇਆ ਸੀ। ਇਉਂ ਹੀ ਮਹਿਰਮ ਪਰਚਾ ਅੱਜ ਹਰ ਪਾਠਕ ਦੇ ਮਨ ਨੂੰ ਮੋਹ ਰਿਹਾ ਹੈ। ਲੱਗਦਾ ਹਰ ਪਾਠਕ ਇਸ ਪਰਚੇ ਨੂੰ ਆਪਣੇ ਦਿਲ ਦਾ ਮਹਿਰਮ ਸਮਝਣ ਲੱਗ ਪਿਆ। ਘਰ ਸ਼ਿੰਗਾਰ ਤੇ ਮਾਡਰਨ ਖੇਤੀਬਾੜੀ ਨੇ ਵੀ ਹਿੰਦੀ ਦੇ ਕਈ ਕਹਿੰਦੇ ਕਹਾਉਂਦੇ ਪਰਚਿਆਂ ਨੂੰ ਮਾਤ ਦੇ ਦਿੱਤੀ। ਖੇਤੀਬਾੜੀ ਪਰਚੇ ਭਾਵੇਂ ਆਮ ਸਾਹਿਤ ਦੇ ਪਾਠਕਾਂ ਦੀ ਸੋਚ ਤੋਂ ਪਰੇ ਹਨ, ਪਰ ਕਿਰਸਾਨ ਵੀਰਾਂ ਲਈ, ਸਾਇੰਸਦਾਨਾਂ ਲਈ ਤੇ ਸਾਇੰਸ ਉੱਤੇ ਕੰਮ ਕਰਨ ਵਾਲੇ ਖੋਜੀ ਵਿਦਿਆਰਥੀਆਂ ਲਈ ਇਸ ਪਰਚੇ ਦੀ ਖਾਸ ਮਹੱਤਤਾ ਹੈ। ਮੈਂ ਇਸ ਗੱਲ ਦਾ ਪ੍ਰਮਾਣ ਖੁਦ ਹਾਂ। ਜਦੋਂ ਮੈਂ ਰਿਟਾਇਰ ਨਹੀਂ ਸੀ ਹੋਈ ਤੇ ਇੰਡੀਅਨ ਐਗਰੀਕਲਚਰ ਪੂਸਾ ਇੰਸਟੀਚਿਊਟ 'ਚ ਗਜ਼ਟਡ ਪੋਸਟ 'ਤੇ ਕੰਮ ਕਰ ਰਹੀ ਸੀ, ਤਾਂ ਆਏ ਮਾਰਚ ਮਹੀਨੇ ਪੂਸਾ 'ਚ ਐਗਰੀਕਲਚਰ ਪੂਸਾ ਦੇ ਸਾਰੇ ਦਫ਼ਤਰਾਂ ਵੱਲੋਂ ਇੱਕ ਬਹੁਤ ਵੱਡਾ ਕ੍ਰਿਸ਼ੀ ਮੇਲਾ ਲਗਾਇਆ ਜਾਂਦਾ ਸੀ ਤੇ ਅੱਜ ਕੱਲ੍ਹ ਵੀ ਇਹ ਮੇਲਾ ਮਾਰਚ ਮਹੀਨੇ 'ਚ ਹੀ ਲੱਗਦਾ ਹੈ। ਇੱਥੇ ਖੇਤੀਬਾੜੀ ਦੇ ਕੰਮ ਲਈ ਨਵੀਆਂ ਤਰਤੀਬਾਂ, ਖਾਦਾਂ, ਨਵੇਂ ਬੀਜਾਂ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਸੀ, ਜੋ ਸਾਰੀ ਦੀ ਸਾਰੀ ਸਾਡੇ ਦਫ਼ਤਰਾਂ 'ਚ ਕੰਮ ਕਰ ਰਹੇ ਖੋਜੀ ਸਾਇੰਸਦਾਨਾਂ ਦੀਆਂ ਨਵੀਆਂ ਕਾਢਾਂ ਸਦਕੇ ਹੀ ਹੁੰਦੀ ਸੀ। ਇਸ ਮੇਲੇ 'ਚ ਜੋ ਖਾਸ ਗੱਲ ਸੀ, ਉਹ ਸੀ ਪਿੰਡਾਂ ਤੋਂ ਆਏ ਕਿਸਾਨ ਭਾਈਆਂ ਲਈ ਹਰ ਭਾਸ਼ਾ 'ਚ ਤਿਆਰ ਕੀਤਾ ਗਿਆ ਲਿਟਰੇਚਰ। ਇਸ ਲਿਟਰੇਚਰ 'ਚ ਮੈਂ ਮਾਡਰਨ ਖੇਤੀਬਾੜੀ ਦੇ ਪਰਚੇ ਨੂੰ ਵੀ ਕਈ ਵਾਰ ਵੇਖਿਆ ਸੀ, ਜਿਸ ਦਾ ਤਾਲੁਕ ਭਾਵੇਂ ਐਗਰੀਕਲਚਰ ਦੇ ਦਫ਼ਤਰੀ ਕੰਮਾਂ ਨਾਲ ਤਾਂ ਨਹੀਂ ਸੀ, ਪਰ ਪਾਠਕ ਇਸ ਪਰਚੇ ਤੋਂ ਜਾਣਕਾਰੀ ਹਾਸਲ ਕਰਦੇ ਮੈਂ ਉੱਥੇ ਵੀ ਵੇਖੇ ਹਨ। ਬਾਕੀ ਘਰ ਸ਼ਿੰਗਾਰ ਪਰਚਾ, ਜੋ ਕਿ ਅੱਜ ਹਿੰਦੀ ਦੇ ਅਨੇਕਾਂ ਪ੍ਰਚਲਿਤ ਇਸਤਰੀ ਮੈਗਜ਼ੀਨਾਂ ਦਾ ਮੁਕਾਬਲਾ ਕਰ ਰਿਹਾ ਹੈ, ਹਰ ਪੜ੍ਹੇ ਲਿਖੇ ਵਰਗ ਦੇ ਹੱਥਾਂ 'ਚ ਦੇਖਿਆ ਜਾ ਸਕਦਾ ਹੈ। ਇਸ ਪਰਚੇ 'ਚ ਜਿੰਨੀ ਵੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਬਹੁਤ ਖੋਜ ਭਰਪੂਰ ਤੇ ਮਨੋਰੰਜਕ ਢੰਗ ਨਾਲ ਦਿੱਤੀ ਜਾਂਦੀ ਹੈ। ਹੋਰ ਵੀ ਬਹੁਤ ਕੁਝ ਜ਼ਿੰਦਗੀ ਜਿਉਣ ਲਈ ਲੇਖ ਆਦਿ ਇਸ ਪਰਚੇ 'ਚ ਹੁੰਦੇ ਹਨ। ਬੀਰ ਸਾਹਿਬ ਨੇ ਇਹ ਕਾਰਜ 1983 ਤੋਂ ਆਰੰਭਿਆ। ਸਭ ਤੋਂ ਪਹਿਲਾਂ ਮੇਰੇ ਖਿਆਲ 'ਚ ਮਹਿਰਮ ਦਾ ਜਨਮ ਹੋਇਆ, ਪਿੱਛੋਂ ਘਰ ਸ਼ਿੰਗਾਰ ਤੇ ਮਾਡਰਨ ਖੇਤੀ ਵੀ ਸ਼ੁਰੂ ਹੋ ਗਿਆ। ਮਹਿਰਮ ਪਰਚਾ ਆਏ ਮਹੀਨੇ ਇੱਕ ਸਪੈਸ਼ਲ ਅੰਕ ਵਾਂਗ ਬਣ ਠਣ ਕੇ ਪਾਠਕਾਂ ਦੇ ਰੂਬਰੂ ਪੇਸ਼ ਹੁੰਦਾ ਹੈ। ਉਸ ਵਿਚਲੇ 90% ਆਰਟੀਕਲ ਮੈਨੂੰ ਸਾਂਭ ਕੇ ਰੱਖਣੇ ਪੈਂਦੇ ਹਨ। ਹਿੰਦੁਸਤਾਨੀ ਪੱਤਰਕਾਰੀ 'ਚ ਤਿੰਨੇ ਪਰਚੇ ਕਿਸੇ ਵੀ ਭਾਸ਼ਾ ਤੋਂ ਪਿੱਛੇ ਨਹੀਂ ਹਨ। ਇਹਨਾਂ ਦਾ ਸੰਪਾਦਕ B.S. ਬੀਰ ਇੱਕ ਖੋਜੀ ਵਿਦਵਾਨ ਹੈ, ਜਿਹਨੇ ਅੰਗਰੇਜ਼ੀ, ਪੰਜਾਬੀ ਤੇ ਅਰਥ ਸ਼ਾਸਤਰ 'ਚ MA ਕੀਤੀ ਹੋਈ ਹੈ। ਮਹਿਰਮ ਗਰੁੱਪ ਦਾ ਇਹ ਬਾਨੀ ਪੱਤਰਕਾਰ ਅੱਜ ਦੇਸ਼ ਵਿਦੇਸ਼ ਜਿੱਥੇ ਵੀ ਪੰਜਾਬੀ ਵਸਦੇ ਹੈ, ਇੱਕ ਸੁਘੜ ਪੱਤਰਕਾਰ ਦੇ ਨਾਂ ਨਾਲ ਜਾਣਿਆ ਪਛਾਣਿਆ ਜਾਂਦਾ ਹੈ। ਉਹ ਇੱਕ ਪੱਤਰਕਾਰ ਹੀ ਨਹੀਂ, ਬਲਕਿ ਇੱਕ ਸੁਘੜ ਸਿਆਣਾ ਪਾਠਕਾਂ ਦਾ ਮਨ ਭਾਉਂਦਾ ਲੇਖਕ ਵੀ ਹੈ, ਜਿਹਨੇ ਹੁਣ ਤੱਕ ਨਾਵਲ, ਕਹਾਣੀ, ਜੀਵਨੀ, ਕਵਿਤਾ ਆਦਿ ਕਈ ਸਾਹਿਤਿਕ ਰੂਪ ਹਿੰਦੀ ਤੇ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਹਿੰਦੁਸਤਾਨੀ ਸਾਹਿਤ ਨੂੰ ਆਪਣੀ ਇੱਕ ਨਿੱਘਰ ਦੇਣ ਦਿੱਤੀ। ਉਹ ਪੰਜਾਬੀ ਸਾਹਿਤ ਨੂੰ 6 ਕਾਵਿ ਸੰਗ੍ਰਹਿ, 1 ਨਾਵਲ ਧੂਆਂ, 2 ਕਹਾਣੀ ਸੰਗ੍ਰਹਿ, ਪੌਣਾ ਆਦਮੀ ਤੇ 1 ਜੀਵਨੀ ਦੇ ਚੁੱਕਿਆ ਹੈ। ਹਿੰਦੀ 'ਚ ਵੀ ਉਹਦੀਆਂ 5 ਪੁਸਤਕਾਂ ਅੱਡ-ਅੱਡ ਵਿਧਾਵਾਂ ਤੇ ਛਪ ਚੁੱਕੀਆਂ ਤੇ 2 ਹੋਰ ਤਿਆਰ ਹਨ। ਪੰਜਾਬੀ ਦੇ ਪਾਠਕ ਤਾਂ ਪੰਜਾਬੀ ਪਰਚਿਆਂ ਕਰਕੇ ਬਹੁਤਾ ਬੀਰ ਸਾਹਿਬ ਨੂੰ ਪੱਤਰਕਾਰ ਦੇ ਤੌਰ 'ਤੇ ਹੀ ਜਾਣਦੇ ਹਨ, ਪਰ ਹਿੰਦੀ ਦੇ ਪਾਠਕ ਬੀਰ ਸਾਹਿਬ ਨੂੰ ਇਹਨਾਂ ਦੀ ਖੂਬਸੂਰਤ ਕਹਾਣੀ, ਕਲਾ ਤੇ ਨਾਵਲਕਾਰ ਦੇ ਪੱਖੋਂ ਬਹੁਤ ਪਹਿਚਾਣਦੇ ਹਨ। ਸਾਹਿਤਿਕ ਪੱਖੋਂ ਆਪ ਨੂੰ ਕਵੀ ਕਹਾਂ ਕਿ ਕਹਾਣੀਕਾਰ, ਨਾਵਲਕਾਰ ਕਹਾਂ ਕਿ ਜੀਵਨੀ ਲੇਖਕ। ਡਾਕਟਰ ਮਨਮੋਹਨ ਸਿੰਘ ਦੀ ਜੀਵਨੀ ਲਿਖ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਬਾਰੇ ਪਾਠਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਮਹਾਭਾਰਤ ਤੇ ਦੇ 18 ਕੁਕਨੂਜ਼ ਰਚਨਾ ਵੀ ਬੀਰ ਸਾਹਿਬ ਦੀ ਇੱਕ ਵਿਸ਼ੇਸ਼ ਰਚਨਾ ਮੰਨੀ ਗਈ ਹੈ, ਜਿਸ ਵਿੱਚ ਭੂਤ, ਵਰਤਮਾਨ ਤੇ ਭਵਿੱਖ ਤਿੰਨਾਂ ਕਾਲਾਂ ਨੂੰ ਲੈ ਕੇ ਪਾਠਕਾਂ ਲਈ ਅਤ ਮਨੋਰੰਜਕ ਤੇ ਖੋਜ ਭਰਪੂਰ ਕਵਿਤਾ ਦੇ ਦਰਸ਼ਨ ਹੁੰਦੇ ਹਨ। ਬੀਰ ਸਾਹਿਬ ਨੂੰ ਹੁਣ ਤੱਕ ਅਨੇਕਾਂ ਹੀ ਮਾਣ ਸਨਮਾਨ ਮਿਲ ਚੁੱਕੇ ਹਨ, ਪਰ ਪਿਛਲੇ ਸਾਲ ਪੰਜਾਬ ਸਰਕਾਰ ਨੇ ਜੋ ਆਪ ਜੀ ਨੂੰ ਸ਼੍ਰੋਮਣੀ ਪੱਤਰਕਾਰ ਦੇ ਸਨਮਾਨ ਨਾਲ ਨਿਵਾਜਿਆ ਹੈ, ਉਹ ਉਹਨਾਂ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ, ਜੋ ਕਿ ਇਹਨਾਂ ਨੂੰ ਕਈ ਵਾਰੀ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ। ਚਲੋ, ਦੇਰ ਆਏ ਦਰੁਸਤ ਆਏ। ਮਾਣ ਸਨਮਾਨ ਅਸਲ 'ਚ ਕਿਸੇ ਵੀ ਲੇਖਕ ਦਾ ਉਹਦੇ ਪਾਠਕ ਹੁੰਦੇ ਹੈ। ਜੇਕਰ ਪਾਠਕ ਨਹੀਂ ਤਾਂ ਮਾਣ ਸਨਮਾਨ ਵੀ ਕਿਸੇ ਕੰਮ ਨਹੀਂ। ਬੀਰ ਸਾਹਿਬ ਦੇ ਪਾਠਕਾਂ ਬਾਰੇ ਵੀ ਮੈਨੂੰ ਕਾਫੀ ਜਾਣਕਾਰੀ ਹੈ। ਮੇਰੇ ਆਪਣੇ ਦਾਇਰੇ 'ਚ ਵੀ ਇਹਨਾਂ ਦੀਆਂ ਕਹਾਣੀਆਂ ਦੇ ਪਾਠਕ ਅਣਗਿਣਤ ਹਨ, ਜੋ ਮੈਨੂੰ ਅਕਸਰ ਆ ਕੇ ਪੁੱਛਦੇ ਹਨ, ਮੈਡਮ ਤੁਸੀਂ ਉਹਨਾਂ ਨੂੰ ਜਾਣਦੇ ਹੋ?
ਖਾਸ ਕਰਕੇ ਇੱਕ ਪਾਠਕ ਮਨੋਹਰ ਤਾਂ ਅਕਸਰ ਹੀ ਪੁੱਛਦਾ ਰਹਿੰਦਾ ਹੈ, ਜਿਹਨੇ ਬੀਰ ਸਾਹਿਬ ਦਾ ਕਹਾਣੀ ਸੰਗ੍ਰਹਿ ਪੌਣਾ ਆਦਮੀ ਅੱਖਰ ਅੱਖਰ ਪੜ੍ਹਿਆ ਹੈ। ਮੈਂ ਉਹਨੂੰ ਕਹਿੰਦੀ ਹਾਂ ਕਿ ਮੈਂ ਤੈਨੂੰ ਵੀ ਮਿਲਵਾਵਾਂਗੀ ਬੀਰ ਸਾਹਿਬ ਨੂੰ। ਉਹ ਹੱਸਦਾ ਮੁਸਕਰਾਉਂਦਾ ਆਪਣੇ ਜੀਵਨ ਦਾ ਨਿਸ਼ਾਨਾ ਅਕਸਰ ਇੱਕ ਸ਼ੇਅਰ 'ਚ ਬਿਆਨ ਕਰਦਾ ਹੈ, ਜੇ ਇੰਜੀ ਘਬਰਾ ਗਏ ਤਾਂ ਕੀ ਕਹੇਗੀ ਜ਼ਿੰਦਗੀ, ਜੇ ਇੰਜੀ ਢੇਰੀ ਢਾਹ ਗਈ ਤਾਂ ਕੀ ਕਹੇਗੀ ਜ਼ਿੰਦਗੀ। ਬੀਰ ਵਧੀਆ ਰਚਨਾਵਾਂ ਸਿਰਫ ਸਿਰਜਦਾ ਹੀ ਨਹੀਂ, ਸਗੋਂ ਵਧੀਆ ਰਚਨਾਵਾਂ ਪੜ੍ਹਨ ਦਾ ਵੀ ਸ਼ੁਦਾਈ ਹੈ। ਉਹ ਧੜੇਬੰਦੀਆਂ ਤੋਂ ਉੱਪਰ ਉੱਠ ਹਰ ਲਿਖੀ ਗਈ ਜਾਂ ਲਿਖੀ ਜਾਂਦੀ ਵਧੀਆ ਰਚਨਾ ਦੀ ਪ੍ਰਸ਼ੰਸਾ ਕਰਦਾ ਹੈ। ਦੁਨੀਆ ਦਾ ਬਿਹਤਰੀਨ ਸਾਹਿਤ ਖੁਦ ਪੜ੍ਹਦਾ ਹੈ। ਹਰ ਉੱਭਰ ਰਹੇ ਲੇਖਕ ਨੂੰ ਪਹਿਲਾਂ ਵਧੀਆ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਮੈਂ ਜਾਣਦੀ ਹਾਂ ਕਿ ਪਾਠਕ ਆਪਣੇ ਮਨਭਾਉਂਦੇ ਲੇਖਕ ਨੂੰ ਮਿਲ ਕੇ ਕਿਵੇਂ ਖੁਸ਼ੀ 'ਚ ਬਾਗੋ ਬਾਗ ਹੋ ਜਾਂਦੇ ਹੈ। ਬੀਰ ਸਾਹਿਬ ਦੀ ਨਵੀਂ ਪੁਸਤਕ ਚੌਂ ਕੁੰਟੀ ਗੁਟਰਗੂ ਬਹੁਤ ਹੀ ਵਿਗਿਆਨਕ ਅਰਥਾਂ ਵਾਲੀ ਰਚਨਾ ਹੈ, ਜੋ ਬ੍ਰਹਿਮੰਡ ਵਿਚਲੀ ਸ਼ਬਦਾਵਲੀ ਦੇ ਅਰਥ ਸਿਰਜਦੀ ਹੈ। BS ਬੀਰ ਆਪਣੀ ਹਰ ਕਾਵ ਰਚਨਾ ਦੇ ਨਵੇਂ ਨਰੋਏ ਤੇ ਵਿਗਿਆਨਕ ਅਰਥ ਸਿਰਜਦਾ ਹੈ। ਇਹੀ ਗੱਲ ਉਹਨੂੰ ਬਾਕੀਆਂ ਨਾਲੋਂ ਅੱਡ ਦਰਸਾਉਂਦੀ ਹੈ। ਉਹਦੀਆਂ ਰਚਨਾਵਾਂ ਭਾਵੀ ਸੰਸਾਰ ਤੋਂ ਲੈ ਕੇ ਅਲੌਕਿਕ ਸੰਸਾਰ ਨੂੰ ਆਪਣੇ ਕਲਾਵਿਆਂ 'ਚ ਭਰ ਲੈਂਦੀਆਂ। ਉਹਦੀਆਂ ਕਾਵ ਰਚਨਾਵਾਂ ਕੁੱਜੇ 'ਚ ਦਰਿਆ ਬੰਦ ਕਰਨ ਦੀ ਸਮਰੱਥਾ ਰੱਖਦੀਆਂ। ਰੱਬ ਕਰੇ ਇਸ ਕਲਮ ਦੀ ਰਵਾਨੀ ਹਮੇਸ਼ਾ ਇਉਂ ਬਰਕਰਾਰ। ਧੰਨਵਾਦ।